ਅੱਜ ਦੀ ਕਲਾਸ ਦੇ ਵਿੱਚ ਬੇਟਾ ਆਪਾਂ 10th ਕਲਾਸ ਦਾ ਮੈਥ ਦਾ ਜੋ ਫਸਟ ਚੈਪਟਰ ਹੈ ਵਾਸਤਵਿਕ ਸੰਖਿਆਵਾਂ ਰੀਅਲ ਨੰਬਰਜ਼, ਉਸ ਦੇ ਨਾਲ ਰਿਲੇਟਡ ਜਿੰਨੇ ਵੀ MCQ ਨੇ ਜੋ ਫਸਟ ਟਰਮ ਐਗਜ਼ਾਮ ਦੇ ਵਿੱਚ ਆਉਣ ਦੀ ਪੂਰੀ ਸੰਭਾਵਨਾ ਵੈਰੀ ਇੰਪੋਰਟੈਂਟ ਨੇ, ਉਹਨਾਂ ਦੀ ਤਿਆਰੀ ਕਰਾਂਗੇ। ਤਾਂ ਆਓ ਸ਼ੁਰੂ ਕਰਦੇ ਹਾਂ ਬੇਟਾ ਅੱਜ ਦੀ ਕਲਾਸ। ਔਰ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਥੋੜੀ ਜਿਹੀ ਰਿਕੁਐਸਟ ਹੈ, ਸਾਰੇ ਬੱਚੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਜਿਹੜਾ ਬੈਲ ਦਾ ਨੋਟੀਫਿਕੇਸ਼ਨ ਹੈ ਉਸ ਨੂੰ ਔਨ ਕਰ ਦਿਓ, ਤਾਂ ਕਿ ਜਦੋਂ ਵੀ ਅਸੀਂ ਆਉਣ ਵਾਲੀ ਜਿਹੜੀ ਵੀਡੀਓ ਹੈ ਅਪਲੋਡ ਕਰੀਏ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ, ਤਾਂ ਕਿ ਤੁਸੀਂ ਕੋਈ ਵੀ ਲੈਕਚਰ ਹੈ ਜਿਹੜਾ ਉਹ ਮਿਸ ਨਾ ਕਰੋ ਔਰ ਤੁਹਾਡੇ ਪੇਪਰਾਂ ਦੀ ਜਿਹੜੀ ਬੇਟਾ ਤਿਆਰੀ ਹੈ ਉਹ ਬਹੁਤ ਹੀ ਵਧੀਆ ਹੋ ਸਕੇ। ਤਾਂ ਪਹਿਲਾ ਕੁਐਸਚਨ ਦੇਖੋ ਕੀ ਹੈ। ਦਿੱਤੀਆਂ ਹੋਈਆਂ ਦੋ ਧਨਾਤਮਕ ਸੰਪੂਰਨ ਸੰਖਿਆਵਾਂ A ਅਤੇ B ਦੇ ਲਈ ਦੋ ਵਿਲੱਖਣ ਪੂਰਨ ਸੰਖਿਆਵਾਂ Q ਅਤੇ R ਹੁੰਦੀਆਂ ਹਨ, ਜਿਸ ਦੇ ਲਈ A ਬਰਾਬਰ ਹੈ BQ + R ਅਤੇ R ਇੱਥੇ 0 ਤੋਂ ਵੱਡਾ ਹੈ ਜਾਂ ਬਰਾਬਰ ਹੈ ਔਰ ਛੋਟਾ ਹੁੰਦਾ ਹੈ B ਤੋਂ। ਤਾਂ ਇੰਗਲਿਸ਼ ਮੀਡੀਅਮ ਦੇ ਵਿੱਚ ਦੇਖੋ ਬੇਟਾ, if we have two positive integers A and B, then there would be whole numbers Q and R that satisfy the equation A बराबर BQ + R where R is greater than or equal to 0 and less than B। ਤਾਂ ਦੱਸਣਾ ਬੇਟਾ ਇਹ ਕਿਹੜੀ ਸਾਡੇ ਕੋਲੇ ਜਿਹੜੀ ਥਿਓਰਮ ਹੈ ਜਾਂ ਪ੍ਰਮੇय ਹੈ। ਤਾਂ ਧਿਆਨ ਰੱਖਣਾ ਹੈ ਫਸਟ ਚੈਪਟਰ ਦੇ ਵਿੱਚ ਸਾਡੇ ਕੋਲੇ ਇੱਕੋ ਹੀ ਅਸੀਂ ਜਿਹੜੀ ਲੈਮਾ ਹੈ ਉਸ ਨੂੰ ਯੂਜ ਕਰਦੇ ਹਾਂ, ਉਹ ਕੀ ਹੈ ਯੂਕਲਿਡ ਡਿਵੀਜ਼ਨ ਲੈਮਾ। ਤਾਂ ਇਹਦਾ ਅਸੀਂ ਪ੍ਰਯੋਗ ਕਰਦੇ ਹਾਂ। ਇਹਦੇ ਅਕੋਰਡਿੰਗ ਕੀ ਹੁੰਦਾ ਹੈਗਾ, ਕੋਈ ਵੀ ਜਿਹੜੀ ਇੱਕ ਧਨਾਤਮਕ ਸੰਪੂਰਨ ਸੰਖਿਆ A ਹੈ ਉਹਨੂੰ ਕੀ ਲਿਖਿਆ ਜਾ ਸਕਦਾ ਹੈ BQ + R। ਯਾਨੀ ਕਹਿਣ ਦਾ ਮਤਲਬ ਕੀ ਹੁੰਦਾ ਹੈਗਾ, ਜਦੋਂ ਅਸੀਂ A ਨੂੰ A ਕੋਈ ਸੰਖਿਆ ਹੈ ਉਸ ਨੂੰ B 'ਤੇ ਭਾਗ ਕਰਦੇ ਹਾਂ, ਡਿਵਾਈਡ ਕਰਦੇ ਹਾਂ, ਤਾਂ Q ਸਾਡਾ ਕੁਐਸ਼ੀਐਂਟ ਆਉਂਦਾ ਹੈ, ਆਨਸਰ ਆਉਂਦਾ ਹੈ ਔਰ ਬਾਕੀ ਕੀ ਬਚਦਾ ਸਾਡੇ ਕੋਲੇ R ਬਚਦਾ, ਰਿਮਾਈਂਡਰ ਬਚਦਾ। R ਕੀ ਹੁੰਦਾ ਸਾਡੇ ਕੋਲ ਰਿਮਾਈਂਡਰ ਯਾਨੀ ਬਾਕੀ। ਤਾਂ ਆਪਾਂ ਪੰਜਾਬੀ ਮੀਡੀਅਮ ਦੇ ਵਿੱਚ ਲਿਖਦੇ ਹੁੰਦੇ ਹਾਂ ਜਿਸ ਨੂੰ ਭਾਗ ਕਰਿਆ ਜਾਂਦਾ ਹੈ, ਭਾਜ ਉਹ ਕਿਸ ਦੇ ਬਰਾਬਰ ਹੁੰਦਾ ਹੈਗਾ, ਭਾਜਕ ਜੋ ਭਾਗ ਕਰਨ ਵਾਲਾ ਹੈ ਗੁਣਾ ਭਾਗਫਲ ਪਲੱਸ ਬਾਕੀ। ਆਪਾਂ ਇੰਗਲਿਸ਼ ਮੀਡੀਅਮ ਦੇ ਵਿੱਚ ਇਹ ਲਿਖਦੇ, ਪੰਜਾਬੀ ਮੀਡੀਅਮ ਦੇ ਵਿੱਚ ਲਿਖਦੇ ਹੁੰਦੇ ਹਾਂ। ਤਾਂ ਇੰਗਲਿਸ਼ ਮੀਡੀਅਮ ਦੇ ਵਿੱਚ ਭਾਜ ਕੀ ਹੁੰਦਾ, ਡਿਵੀਡੈਂਡ, ਜਿਸ ਨੂੰ ਭਾਗ ਕੀਤਾ ਜਾਂਦਾ ਹੈ। ਠੀਕ ਹੈ, ਡਿਵੀਡੈਂਡ ਇਹ ਕਿਸ ਦੇ ਇਕੁਅਲ ਹੁੰਦਾ ਹੈ, ਭਾਜਕ ਜੋ ਉਸ ਨੂੰ ਭਾਗ ਕਰਦਾ ਹੈ, ਡਿਵਾਈਜ਼ਰ ਗੁਣਾ ਭਾਗਫਲ, ਭਾਗਫਲ ਜਿਹੜਾ ਸਾਡੇ ਕੋਲੇ ਆਨਸਰ ਆਉਂਦਾ ਕੁਐਸ਼ੀਐਂਟ, ਪਲੱਸ ਰਿਮਾਈਂਡਰ ਜੋ ਸਾਡਾ ਬਾਕੀ ਬਚਦਾ। ਤਾਂ ਇਹੀ ਰਿਜ਼ਲਟ ਹੁੰਦਾ ਹੈ ਯੂਕਲਿਡ ਵੰਡ ਪ੍ਰਮੇਇਕਾ ਦੇ ਅੰਦਰ। ਔਰ ਇਹ ਸਾਨੂੰ ਬੇਟਾ ਪਤਾ ਹੈ ਜਿਹੜਾ ਰਿਮਾਈਂਡਰ ਹੁੰਦਾ ਹੈ R ਹੁੰਦਾ ਹੈ ਉਸ ਦੀ ਵੈਲਿਊ ਕੀ ਹੁੰਦੀ ਹੈ, 0 ਆ ਸਕਦੀ ਹੈ, ਜਿਹੜਾ ਬਾਕੀ ਬਚਦਾ ਹੁੰਦਾ 0 ਆਊਗਾ ਜਾਂ 0 ਤੋਂ ਵੱਡਾ ਆਊਗਾ, ਪਰ ਭਾਗ ਕਰਨ ਵਾਲੇ ਤੋਂ ਭਾਜਕ ਤੋਂ B ਤੋਂ ਹਮੇਸ਼ਾ ਕੀ ਹੋਊਗਾ, ਛੋਟਾ ਹੋਊਗਾ। ਤਾਂ ਇਹ ਸਾਡੀ ਜਿਹੜਾ ਲੈਮਾ ਸੀਗਾ ਯੂਕਲਿਡ ਵੰਡ ਪ੍ਰਮੇਇਕਾ, ਵੀ ਜਦੋਂ ਕਿਸੇ ਸੰਪੂਰਨ ਸੰਖਿਆ A ਨੂੰ ਧਨਾਤਮਕ ਸੰਪੂਰਨ ਸੰਖਿਆ A ਨੂੰ ਇੱਕ ਧਨਾਤਮਕ ਸੰਪੂਰਨ ਸੰਖਿਆ B 'ਤੇ ਭਾਗ ਕੀਤਾ ਜਾਂਦਾ ਹੈ ਤਾਂ ਦੋ ਪੂਰਨ ਸੰਖਿਆਵਾਂ Q ਅਤੇ R ਇਸ ਤਰ੍ਹਾਂ ਦੀਆਂ ਹੁੰਦੀਆਂ। Q ਸਾਡਾ ਕੀ ਹੁੰਦਾ ਹੈਗਾ ਭਾਗਫਲ ਔਰ R ਕੀ ਹੁੰਦਾ ਸਾਡਾ ਬਾਕੀ। ਤਾਂ ਇਸ ਗੱਲ ਨੂੰ ਤੁਸੀਂ ਬੇਟਾ ਯਾਦ ਰੱਖਣਾ ਹੈ। ਇਹ ਅਸੀਂ ਦੱਸਣਾ ਸੀ ਕਿਹੜੀ ਥਿਓਰਮ ਹੈ, ਤਾਂ ਸਾਡਾ ਕੀ ਆਨਸਰ ਇਹਦਾ C ਆਪਸ਼ਨ ਰਾਈਟ ਆਨਸਰ ਹੈ। ਸੈਕਿੰਡ ਸਾਡੇ ਕੋਲੇ ਕੁਐਸਚਨ ਦੇਖੋ ਕੀ ਹੈ, ਹਰ ਇੱਕ ਧਨਾਤਮਕ ਜਿਸਤ ਸੰਪੂਰਨ ਸੰਖਿਆ ਯਾਨੀ ਇੱਕ ਈਵਨ ਇੰਟੀਜਰ ਦੀ ਗੱਲ ਕਰ ਰਹੇ ਨੇ, ਉਹ ਕਿਸ ਰੂਪ ਵਿੱਚ ਹੁੰਦੀ ਹੈ, ਯਾਨੀ ਡੈਸ਼ ਰੂਪ ਵਿੱਚ ਹੁੰਦੀ ਹੈ, ਇਨ ਦਾ ਫਾਰਮ ਆਫ ਡੈਸ਼ ਵੇਅਰ Q ਇਜ ਏ ਪੋਜ਼ੀਟਿਵ ਇੰਟੀਜਰ। Q ਇੱਥੇ ਕੀ ਇੱਕ ਧਨਾਤਮਕ ਸੰਪੂਰਨ ਸੰਖਿਆ। ਤਾਂ ਇੱਕ ਗੱਲ ਬੇਟਾ ਯਾਦ ਰੱਖੋ ਹਮੇਸ਼ਾ, ਦੇਖੋ ਇਸ ਤਰ੍ਹਾਂ ਦੇ ਜਿੰਨੇ ਵੀ ਨੰਬਰ ਹੋਣਗੇ, ਦੇਖੋ 2Q 4Q 6Q, ਯਾਨੀ ਜਦੋਂ ਆਪਾਂ ਉਸ ਦੇ ਅੱਗੇ ਜਿਹੜਾ ਨੰਬਰ ਲੱਗਿਆ ਹੋਇਆ ਹੈ 2 4 6 8 ਇਸ ਤਰ੍ਹਾਂ ਦੇ ਤੁਹਾਨੂੰ ਨੰਬਰ ਮਿਲਣਗੇ। ਤਾਂ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਸੰਖਿਆਵਾਂ ਹੁੰਦੀਆਂ ਉਹ ਸਾਰੇ ਦੇ ਸਾਰੇ ਹੀ ਕੀ ਹੁੰਦੀਆਂ, ਜਿਸਤ ਹੁੰਦੀਆਂ, ਈਵਨ ਨੰਬਰ ਹੁੰਦੇ। ਠੀਕ ਹੈ, ਕੀ ਹੁੰਦੇ ਆ ਜਿਸਤ ਯਾਨੀ ਈਵਨ ਨੰਬਰ। ਹੁਣ ਇੱਕ ਗੱਲ ਹੋਰ ਯਾਦ ਰੱਖਣੀ ਹੈ, ਦੇਖੋ ਈਵਨ ਨੰਬਰ ਦੇ ਵਿੱਚ ਜੇ ਅਸੀਂ ਈਵਨ ਨੰਬਰ ਨੂੰ ਹੀ ਐਡ ਕਰਦੇ ਹਾਂ ਤਾਂ ਰਿਜ਼ਲਟ ਹਮੇਸ਼ਾ ਕੀ ਆਊਗਾ, ਈਵਨ ਆਊਗਾ। ਯਾਨੀ ਜਿਸਤ ਸੰਖਿਆ ਦੇ ਵਿੱਚ ਜੇ ਜਿਸਤ ਸੰਖਿਆ ਜੋੜੀ ਜਾਊਗੀ ਤਾਂ ਆਨਸਰ ਕੀ ਆਊਗਾ ਸਾਡਾ ਜਿਸਤ ਹੀ ਆਵੇਗਾ। ਇਹ ਗੱਲ ਨੂੰ ਤੁਸੀਂ ਯਾਦ ਰੱਖਣਾ। ਠੀਕ ਹੈ, ਇਸੇ ਤਰ੍ਹਾਂ ਇੱਕ ਰਿਜ਼ਲਟ ਹੋਰ ਹੈ, ਜੇ ਤੁਸੀਂ ਈਵਨ ਨੰਬਰ ਦੇ ਵਿੱਚ ਕੋਈ ਔਡ ਨੰਬਰ ਐਡ ਕਰਦੇ ਹੋ, ਮਤਲਬ ਜਿਸਤ ਸੰਖਿਆ ਦੇ ਵਿੱਚ ਜੇ ਟਾਂਕ ਸੰਖਿਆ ਜੋੜੀ ਜਾਂਦੀ ਹੈ ਤਾਂ ਸਾਡਾ ਆਨਸਰ ਕੀ ਆਊਗਾ
ਟਾਂਕ ਸੰਖਿਆ ਜਾਨੀ ਔਡ ਨੰਬਰ। ਇਹ ਗੱਲ ਨੂੰ ਤੁਸੀਂ ਯਾਦ ਰੱਖਣਾ। ਔਰ ਜੇ ਦੋਨੋਂ ਹੀ ਟਾਂਕ ਹੋਣ ਮਤਲਬ ਔਡ ਹੋਣ ਦੋਨੋਂ ਹੀ ਤਾਂ ਵੀ ਆਨਸਰ ਕੀ ਆਊਗਾ ਸਾਡੇ ਕੋਲ ਈਵਨ ਨੰਬਰ ਆਊਗਾ। ਸੇਮ ਹੈ ਤਾਂ ਸਾਡੇ ਕੋਲੇ ਸੇਮ ਰਿਜ਼ਲਟ ਆਉਂਦਾ। ਠੀਕ ਹੈ, ਜੇ ਔਡ ਨੂੰ ਔਡ ਦੇ ਵਿੱਚ ਐਡ ਕਰੋਗੇ ਤਾਂ ਆਨਸਰ ਕੀ ਆਊਗਾ ਈਵਨ ਨੰਬਰ। ਦੇਖੋ ਜਿਵੇਂ ਦੇਖੋ 2 + 2 ਕੀਤਾ ਤਾਂ ਕੀ ਆ ਗਿਆ 4 ਆ ਗਿਆ, ਈਵਨ ਆ ਗਿਆ ਨਾ। ਇੱਥੇ ਇਸੇ ਤਰ੍ਹਾਂ 1 + 1 ਕਰੋਗੇ ਟਾਂਕ ਜੋੜੋਗੇ ਤਾਂ ਵੀ ਕਿੰਨਾ ਆਇਆ ਈਵਨ ਆਇਆ। ਇੱਥੇ 2 + 1 ਯਾਨੀ ਈਵਨ ਔਰ ਔਡ ਨੂੰ ਐਡ ਕੀਤਾ ਤਾਂ ਆਨਸਰ ਕੀ ਆਇਆ ਔਡ ਆਇਆ। ਠੀਕ ਹੈ, ਇਹ ਗੱਲ ਨੂੰ ਤੁਸੀਂ ਯਾਦ ਰੱਖਣਾ। ਹੁਣ ਸਾਡੇ ਕੋਲੇ ਆਪਸ਼ਨ ਦੇ ਚੱਲਦੇ ਹਾਂ। ਫਸਟ ਆਪਸ਼ਨ ਦੇ ਵਿੱਚ ਦੇਖੋ 2Q ਆ ਗਿਆ। ਸਾਨੂੰ ਜਿਸ ਸੰਪੂਰਨ ਸੰਖਿਆ ਦੀ ਕਿਹਾ ਸੀ, ਮੈਂ ਤੁਹਾਨੂੰ ਦੱਸਿਆ ਹੀ ਹੋਇਆ ਪਹਿਲਾਂ ਹੀ, ਇਸ ਤਰ੍ਹਾਂ ਦੇ ਜਿੰਨੇ ਵੀ ਬੇਟਾ ਨੰਬਰ ਹੋਣਗੇ ਉਹ ਸਾਰੇ ਦੇ ਸਾਰੇ ਕੀ ਹੁੰਦੇ ਆ ਜਿਸਤ ਹੁੰਦੇ ਆ। ਤਾਂ ਜੇ ਤੁਹਾਡੇ ਕੋਲੇ ਇੱਥੇ 2Q ਦੀ ਜਗ੍ਹਾ ਤੇ ਆਨਸਰ 4Q ਹੁੰਦਾ ਉਹ ਵੀ ਸਾਡਾ ਕੀ ਸੀ ਰਾਈਟ ਆਨਸਰ ਹੋਣਾ ਸੀ। ਜੇ ਇੱਥੇ 6Q ਹੁੰਦਾ ਉਹ ਵੀ ਸਾਡਾ ਰਾਈਟ ਆਨਸਰ ਹੋਣਾ ਸੀ। ਜੇ 8Q ਹੁੰਦਾ ਉਹ ਵੀ ਸਾਡਾ ਰਾਈਟ ਆਨਸਰ। ਤਾਂ ਸਾਨੂੰ 2Q ਮਿਲ ਗਿਆ, ਇਹੀ ਸਾਡਾ ਕੀ ਹੈ ਰਾਈਟ ਆਨਸਰ ਹੈ। ਹੋਰ ਇੱਕ ਗੱਲ ਹੋਰ, ਜੇ ਇੱਥੇ ਇਸ ਤਰ੍ਹਾਂ ਦਾ ਰਿਜ਼ਲਟ ਵੀ ਹੁੰਦਾ, ਦੇਖੋ 2Q + 2 ਦਿੱਤਾ ਹੁੰਦਾ ਕੋਈ ਆਨਸਰ, ਮੈਂ ਵੈਸੇ ਤੁਹਾਨੂੰ ਐਕਸਪਲੇਨ ਕਰ ਰਿਹਾ, ਤੁਹਾਨੂੰ ਆਨਸਰ ਇਸ ਤਰ੍ਹਾਂ ਦਾ ਦਿੱਤਾ ਹੁੰਦਾ 2Q + 2, ਤਾਂ ਧਿਆਨ ਨਾਲ ਦੇਖੋ 2Q ਇੱਕ ਜਿਸਤ ਸੰਖਿਆ, 2 ਦੇ ਪਹਾੜੇ 'ਚ ਆਉਂਦੀ ਹੈ। 2 ਵੀ ਸਾਡੇ ਕੋਲ ਜਿਸਤ ਸੰਖਿਆ 2 ਤੇ ਭਾਗ ਹੁੰਦੀ ਹੈ, 2 ਦੇ ਪਹਾੜੇ 'ਚ ਆਉਂਦੀ ਹੈ। ਤਾਂ 2 ਜਦੋਂ ਜਿਸਤ ਸੰਖਿਆਵਾਂ ਨੂੰ ਜੋੜਾਂਗੇ ਤਾਂ ਇਹ ਜਿਹੜਾ ਨੰਬਰ ਬਣੂਗਾ ਇਹ ਵੀ ਕੀ ਬਣੂਗਾ ਜਿਸਤ ਸੰਖਿਆ ਯਾਨੀ ਈਵਨ ਨੰਬਰ ਹੀ ਬਣੂਗਾ। ਜੇ ਇੱਥੇ ਕਿਤੇ ਚਾਰੇ ਆਪਸ਼ਨਾਂ ਦੇ ਵਿੱਚ ਇਸ ਤਰ੍ਹਾਂ ਦਾ ਨੰਬਰ ਹੁੰਦਾ ਤਾਂ ਉਹ ਵੀ ਸਾਡਾ ਆਨਸਰ ਹੋਣਾ ਸੀ। ਚਲੋ ਇੱਕ ਹੋਰ ਅੱਗੇ ਐਗਜ਼ਾਮਪਲ ਲੈਂਦੇ ਇਸੇ ਤਰ੍ਹਾਂ ਦੀ। ਜੇ ਸਾਨੂੰ ਇਸ ਤਰ੍ਹਾਂ ਦਾ ਆਨਸਰ ਹੁੰਦਾ 2Q + 4 ਹੁੰਦਾ, ਇੱਥੇ ਵੀ ਦੇਖੋ 2Q ਕੀ ਹੈ ਜਿਸਤ ਸੰਖਿਆ 2 ਦੇ ਪਹਾੜੇ 'ਚ ਆਉਂਦੀ ਹੈ, 4 ਹੈ ਜਿਹੜਾ ਉਹ ਵੀ 2 ਦੇ ਪਹਾੜੇ 'ਚ ਆਉਂਦਾ। ਤਾਂ ਦੋਨਾਂ ਨੂੰ ਮਿਲ ਕੇ ਜਿਹੜਾ ਨੰਬਰ ਬਣੂਗਾ ਜਿਸਤ + ਜਿਸਤ ਈਵਨ + ਈਵਨ ਤਾਂ ਕੀ ਬਣੂਗਾ ਜਿਸਤ ਸੰਖਿਆ ਹੀ ਬਣੂਗਾ। ਤਾਂ ਇਹ ਵੀ ਸਾਡਾ ਰਾਈਟ ਆਨਸਰ ਹੋਣਾ ਸੀ। ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ 4Q ਦੀ, ਤਾਂ ਜੇ ਸਾਨੂੰ ਇਸ ਤਰ੍ਹਾਂ ਦਾ ਨੰਬਰ ਦਿੱਤਾ ਹੁੰਦਾ 4Q + 2, ਠੀਕ ਹੈ, ਤੇ ਜਾਂ ਇੱਥੇ ਹੁੰਦਾ 4Q + 4, ਇਹ ਵੀ ਸਾਡੇ ਸਾਰੇ ਇਸ ਤਰ੍ਹਾਂ ਦੇ ਜਿੰਨੇ ਵੀ ਨੰਬਰ ਬਣ ਰਹੇ ਹੈ ਜਦੋਂ ਦੋਨੋਂ ਨੰਬਰ ਹੀ ਕੀ ਹੁੰਦੇ ਹੈ ਈਵਨ ਨੰਬਰ ਹੁੰਦੇ ਆ, ਜਿਸਤ ਸੰਖਿਆਵਾਂ ਹੁੰਦੀਆਂ, ਤਾਂ ਜਿਹੜਾ ਸਾਨੂੰ ਰਿਜ਼ਲਟ ਮਿਲਦਾ ਹੈ ਉਹ ਵੀ ਇੱਕ ਜਿਸਤ ਸੰਖਿਆ ਹੀ ਮਿਲਦਾ ਹੈ। ਤਾਂ ਇਹ ਜਿੰਨੇ ਵੀ ਮੈਂ ਨੰਬਰ ਲਿਖ ਰਿਹਾ ਬੇਟਾ ਇਹ ਸਾਰੇ ਹੀ ਜਿਸਤ ਸੰਖਿਆਵਾਂ ਹਨ। ਜਿੱਥੇ ਵੀ ਦੋਨੋਂ ਨੰਬਰ ਤੁਹਾਨੂੰ ਜਿਸਤ ਮਿਲਣਗੇ, ਚਾਹੇ 8 ਦੀ ਜਗ੍ਹਾ ਤੇ ਇੱਥੇ ਤੁਹਾਡੇ ਕੋਲ 10Q ਹੋਵੇ, ਚਾਹੇ 12Q ਹੋਵੇ, ਇਸ ਤਰ੍ਹਾਂ ਦੇ ਜਿੰਨੇ ਵੀ ਨੰਬਰ ਤੁਹਾਨੂੰ ਮਿਲਣਗੇ ਅੱਗੇ ਜਿਹਦੇ ਵਿੱਚ ਦੋਨੋਂ ਨੰਬਰ ਹੀ ਕੀ ਹੋਣਗੇ ਤੁਹਾਡੇ ਕੋਲ ਜਿਸਤ ਸੰਖਿਆਵਾਂ ਹੋਣਗੀਆਂ, ਉਹ ਸਾਰੇ ਨੰਬਰ ਹੀ ਜਿਸਤ ਸੰਖਿਆਵਾਂ ਹੁੰਦੀਆਂ, ਉਹੀ ਸਾਡੇ ਆਨਸਰ ਹੁੰਦੇ ਆ। ਠੀਕ ਹੈ, ਹੁਣ ਜੇ ਅਸੀਂ ਥਰਡ ਆਪਸ਼ਨ ਦੇ ਵਿੱਚ ਦੇਖੀਏ, ਇੱਕ ਨੰਬਰ ਜਿਸਤ ਹੈ ਇੱਕ ਟਾਂਕ ਹੈ, ਤਾਂ ਦੋਨਾਂ ਦਾ ਜੋੜ ਕੀ ਆਊਗਾ ਟਾਂਕ ਸੰਖਿਆ। ਥਰਡ ਆਪਸ਼ਨ ਦੇ ਵਿੱਚ ਵੀ ਇਹੀ ਸੀ, ਇੱਕ ਜਿਸਤ ਸੰਖਿਆ ਇੱਕ ਟਾਂਕ ਸੰਖਿਆ। ਔਰ ਲਾਸਟ ਆਪਸ਼ਨ ਬਹੁਤ ਹੀ ਡੇਂਜਰਸ ਹੈ, ਕਿਉਂਕਿ ਇਹਦੇ ਨੂੰ ਥੋੜ੍ਹਾ ਜਿਹਾ ਐਕਸਪਲੇਨ ਮੈਂ ਕਰ ਰਿਹਾ। ਇਹ ਜਿਹੜਾ ਆਪਸ਼ਨ ਹੈ ਦੇਖੋ Q ਦੀ ਸਾਨੂੰ ਵੈਲਿਊ ਨਹੀਂ ਪਤਾ ਕੀ ਹੈ। ਦੇਖੋ 2Q ਸਾਨੂੰ ਪਤਾ ਈਵਨ ਹੁੰਦਾ ਜਿਸਤ ਹੁੰਦਾ, ਪਰ ਕੱਲਾ Q ਹੈ ਜਿਹੜਾ ਉਹ ਨਹੀਂ ਪਤਾ ਕੀ ਹੁੰਦਾ। ਮੰਨ ਲਓ Q ਦੀ ਵੈਲਿਊ 1 ਹੋਵੇ ਜਾਂ Q ਦੀ ਵੈਲਿਊ 2 ਹੋਵੇ, ਤਾਂ ਦੇਖੋ 1 ਜੇ Q ਦੀ ਵੈਲਿਊ ਅਸੀਂ 1 ਲੈਂਦੇ ਹਾਂ ਤਾਂ 1 + 2 ਕਿੰਨਾ ਬਣ ਗਿਆ ਇਹ 3 ਬਣ ਗਿਆ। 3 ਕੀ ਇੱਕ ਟਾਂਕ ਸੰਖਿਆ ਹੈ, ਔਡ ਨੰਬਰ ਹੈ। ਜੇ ਅਸੀਂ ਇੱਥੇ 2 ਲੈਂਦੇ Q ਦੀ ਵੈਲਿਊ ਤਾਂ 2 + 2 ਕਿੰਨਾ ਆਇਆ 4 ਆਇਆ। ਇਹ ਕਿਹੜਾ ਨੰਬਰ ਹੈ ਜਿਸਤ ਸੰਖਿਆ, ਇਹ ਨੰਬਰ ਸਾਡੇ ਕੋਲ ਜਿਸਤ ਸੰਖਿਆ ਯਾਨੀ ਈਵਨ ਨੰਬਰ ਹੈ। ਇਸ ਕਰਕੇ ਇਹ ਜਿਹੜਾ ਲਾਸਟ ਵਾਲਾ ਆਪਸ਼ਨ ਹੈ ਇਹ Q ਦੀ ਵੈਲਿਊ ਤੇ ਡਿਪੈਂਡ ਕਰਦਾ ਹੈ। Q ਦੀ ਵੈਲਿਊ ਜੇ ਦੇਖੋ ਔਡ ਲਓਗੇ ਤਾਂ ਆਨਸਰ ਔਡ ਆ ਰਿਹਾ ਟਾਂਕ ਆ ਰਿਹਾ, ਜੇ ਈਵਨ ਲਓਗੇ ਤਾਂ ਆਨਸਰ ਈਵਨ ਆ ਰਿਹਾ। ਤਾਂ ਇਹ ਦੋਨੋਂ ਰਿਜ਼ਲਟ ਦੇ ਰਿਹਾ, ਟਾਂਕ ਵੀ ਦੇ ਰਿਹਾ ਜਿਸਤ ਵੀ ਰਿਹਾ, ਇਸ ਕਰਕੇ ਸਾਡਾ ਆਨਸਰ ਨਹੀਂ ਹੈਗਾ। ਤਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਬੇਟਾ ਇਹਦੇ ਨਾਲ ਹੀ ਮਿਲਦਾ ਜੁਲਦਾ ਹੈ। ਜਿੱਥੇ ਸੰਪੂਰਨ ਸੰਖਿਆ ਲਿਖੀ ਸੀ ਉੱਥੇ ਕੀ ਹੈ ਟਾਂਕ ਸੰਪੂਰਨ ਸੰਖਿਆ ਦੀ ਗੱਲ ਕੀਤੀ ਗਈ ਹੈ। ਤਾਂ ਹੁਣ ਇੱਥੇ ਯਾਦ ਰੱਖਣਾ ਟਾਂਕ ਸੰਖਿਆ ਕਦੋਂ ਮਿਲੂਗੀ ਜਦੋਂ ਇੱਕ ਈਵਨ ਨੰਬਰ ਔਰ ਇੱਕ ਔਡ ਨੰਬਰ ਜੁੜੂਗਾ। ਠੀਕ ਹੈ, ਜਿਸਤ ਸੰਖਿਆ ਕਦੋਂ ਮਿਲਦੀ ਹੈ ਜੇ ਸਾਡੇ ਕੋਲ ਦੋਨੋਂ ਸੰਖਿਆਵਾਂ ਜਿਸਤ ਹੈ, ਦੋਨੋਂ ਨੰਬਰ ਈਵਨ ਹੈ ਤਾਂ ਆਨਸਰ ਸਾਨੂੰ ਈਵਨ ਮਿਲਦਾ ਹੈ। ਇੱਕ ਸੰਖਿਆ ਜਿਸਤ ਹੈ ਔਰ ਇੱਕ ਸੰਖਿਆ ਸਾਡੇ ਕੋਲੇ ਟਾਂਕ ਹੈ, ਤਾਂ ਦੋਨਾਂ ਦਾ ਜੋੜ ਕੀ ਹੁੰਦਾ ਹੈ ਟਾਂਕ ਸੰਖਿਆ ਹੁੰਦਾ ਹੈ, ਔਡ ਨੰਬਰ ਹੁੰਦਾ ਹੈ। ਇਹ ਗੱਲ ਨੂੰ ਤੁਸੀਂ ਯਾਦ ਰੱਖਣਾ ਹੈਗਾ। ਤਾਂ ਉਹੀ ਗੱਲ ਇੱਥੇ ਹੈ, ਦੇਖੋ ਸਾਨੂੰ ਪਤਾ ਹੈ 2Q ਸਾਡੇ ਕੋਲੇ ਈਵਨ ਨੰਬਰ ਹੈ ਕਿਉਂਕਿ ਇਹ 2 ਦੇ ਪਹਾੜੇ 'ਚ ਆ ਗਿਆ, ਇਹ ਸਾਡਾ ਆਨਸਰ ਨਹੀਂ ਹੈਗਾ।
ਇੱਥੇ ਦੇਖੋ ਤੀਜੇ ਆਪਸ਼ਨ ਦੇ ਵਿੱਚ ਦੋਨੋਂ ਸੰਖਿਆਵਾਂ ਹੀ ਜਿਸਤ ਹੈ, ਪਹਿਲੀ ਵੀ ਔਰ ਦੂਸਰੀ ਵੀ, ਤਾਂ ਇਹ ਵੀ ਜਿਸਤ ਸੰਖਿਆ ਬਣੂਗੀ, ਇਹ ਸਾਡਾ ਆਨਸਰ ਨਹੀਂ ਹੈਗਾ। ਹੁਣ ਜਦੋਂ ਅਸੀਂ ਦੂਸਰੇ ਆਪਸ਼ਨ ਵੱਲ ਝਾਤੀ ਮਾਰ ਕੇ ਦੇਖੀਏ ਤਾਂ ਫਸਟ ਜਿਹੜਾ ਨੰਬਰ ਸੀ 2Q, ਇਹ ਇੱਕ ਜਿਸਤ ਸੰਖਿਆ ਸੀ, 2 ਦੇ ਪਹਾੜੇ ਵਿੱਚ ਆਉਂਦੀ ਹੈ, ਔਰ +1 ਕੀ ਹੈ ਸਾਡੇ ਕੋਲੇ ਟਾਂਕ ਸੰਖਿਆ ਹੈ। ਔਰ ਜਦੋਂ ਅਸੀਂ ਇਹਨਾਂ ਨੂੰ ਜੋੜਾਂਗੇ ਤਾਂ ਜਿਹੜਾ ਸਾਡੇ ਕੋਲੇ ਰਿਜ਼ਲਟ ਮਿਲੂਗਾ ਉਹ ਵੀ ਇੱਕ ਟਾਂਕ ਸੰਖਿਆ ਯਾਨੀ ਔਡ ਨੰਬਰ ਹੀ ਮਿਲੂਗਾ। ਤਾਂ ਜਿਹੜਾ ਸਾਡੇ ਕੋਲੇ Q+2 ਹੈ ਇਹ ਉਸੇ ਤਰ੍ਹਾਂ ਦਾ ਜਿਵੇਂ ਲਾਸਟ ਕੁਐਸਚਨ ਦੇ ਵਿੱਚ ਸੀਗਾ। ਇਹ ਜਿਹੜਾ ਬੇਟਾ ਸੰਖਿਆ ਇਹ ਦੋਨੋਂ ਹੋ ਸਕਦੀ ਹੈ, ਇਹ ਟਾਂਕ ਵੀ ਹੋ ਸਕਦੀ ਹੈ ਔਰ ਜਿਸਤ ਵੀ ਹੋ ਸਕਦੀ ਹੈ। ਇਹ ਡਿਪੈਂਡ ਕਰਦਾ Q ਦੀ ਵੈਲਿਊ ਤੇ, ਕਿਉਂਕਿ Q ਇੱਥੇ ਇੱਕ ਸਿੰਗਲ ਹੈ। ਜੇ ਤਾਂ 2Q ਹੋਵੇ ਤਾਂ ਸਾਨੂੰ ਪਤਾ ਜਿਸਤ ਹੈ, 4Q ਹੋਵੇ ਸਾਨੂੰ ਤਾਂ ਵੀ ਪਤਾ ਜਿਸਤ ਹੈ। ਜੇ ਇਕੱਲਾ Q ਹੈ ਤਾਂ ਉਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਉਹ Q ਦੀ ਵੈਲਿਊ ਤੇ ਡਿਪੈਂਡ ਕਰਦਾ ਹੈ। ਹੁਣ ਇੱਥੇ ਕੀ ਸੀ, ਇਹ ਸਾਡੇ ਕੋਲ ਦੇਖੋ ਟਾਂਕ ਹੈ ਜਿਹੜਾ ਔਡ ਨੰਬਰ ਹੈ ਔਰ ਜਿਸਤ ਸਾਡੇ ਕੋਲੇ ਈਵਨ ਨੰਬਰ ਹੈ। ਹੁਣ ਦੇਖੋ ਜੇ Q ਦੀ ਵੈਲਿਊ 1 ਲੈ ਲੈਂਦੇ ਆ ਤਾਂ ਸਾਡੇ ਕੋਲੇ ਆਨਸਰ ਟਾਂਕ ਆ ਰਿਹਾ ਹੈਗਾ, ਠੀਕ ਹੈ। ਜੇ Q ਦੀ ਵੈਲਿਊ 2 ਲੈ ਲੈਂਦੇ ਆ ਤਾਂ 2+2 4 ਈਵਨ ਆ ਰਿਹਾ। ਤਾਂ ਇਹ ਜਿਹੜਾ ਲਾਸਟ ਆਪਸ਼ਨ ਹੈ ਇਹ ਦੋਨੋਂ ਵੈਲਿਊ ਜਨਰੇਟ ਕਰ ਰਿਹਾ ਹੈ, ਟਾਂਕ ਵੀ ਔਰ ਜਿਸਤ ਵੀ। ਤਾਂ ਇਸ ਕਰਕੇ ਅਸੀਂ ਇਹ ਆਨਸਰ ਨਹੀਂ ਲੈ ਸਕਦੇ। ਤਾਂ ਹਮੇਸ਼ਾ ਜਿਹੜਾ ਸਾਡੇ ਕੋਲੇ ਸੈਕੰਡ ਆਪਸ਼ਨ ਹੈ ਇਹ ਹਮੇਸ਼ਾ ਹੀ 2Q+1 ਕੀ ਰਹੂਗਾ, ਟਾਂਕ ਸੰਖਿਆ ਰਹੂਗਾ। ਤਾਂ ਇਹ ਸਾਡਾ ਆਨਸਰ ਹੈ। ਇਸੇ ਤਰ੍ਹਾਂ ਸਾਡੇ ਕਈ ਹੋਰ ਵੀ ਆਨਸਰ ਹੋ ਸਕਦੇ ਸੀ। ਦੇਖੋ ਸਾਡਾ ਆਨਸਰ ਇਹ ਵੀ ਹੋ ਸਕਦਾ 2Q+3, 2Q+5, ਇਸ ਤਰ੍ਹਾਂ ਦੇ ਜਿੰਨੇ ਵੀ ਨੰਬਰ ਹੋਣਗੇ ਜਿਸ ਦੇ ਵਿੱਚ ਇੱਕ ਸੰਖਿਆ ਜਿਸਤ ਔਰ ਇੱਕ ਸੰਖਿਆ ਟਾਂਕ ਹੋਊਗੀ ਤਾਂ ਦੋਨਾਂ ਦਾ ਜੋੜ ਕੀ ਬਣੂਗਾ, ਟਾਂਕ ਸੰਖਿਆ ਬਣੂ। ਚਲੋ ਅਗਲਾ ਕੁਐਸਚਨ ਦੇਖੋ। ਤਾਂ ਉਮੀਦ ਕਰਦੇ ਹਾਂ ਬੇਟਾ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਨਸੈਪਟ। ਅਗਲਾ ਸਾਡੇ ਕੋਲੇ ਪ੍ਰਸ਼ਨ ਹੈ, ਦੇਖੋ ਸੰਖਿਆਵਾਂ 135 ਅਤੇ 225 ਦਾ ਮਹੱਤਮ ਸਮਾਪ ਵਰਤਕ ਯਾਨੀ HCF ਹੈ ਜਿਹੜਾ ਉਹ ਅਸੀਂ 135 ਔਰ 225 ਦਾ ਅਸੀਂ ਫਾਈਂਡ ਆਊਟ ਕਰਨਾ ਹੈ। ਤਾਂ ਆਓ ਨੂੰ ਕਰਦੇ ਹਾਂ। ਇਹਦੇ ਦੇਖੋ ਬੇਟਾ ਦੋ ਮੈਥਡ ਹੁੰਦੇ ਆ, ਇੱਕ ਤਾਂ ਹੁੰਦਾ ਅਸੀਂ ਭਾਗ ਕਰਕੇ ਵੀ ਕਰ ਸਕਦੇ, ਇੱਕ ਹੁੰਦਾ ਗੁਣਨਖੰਡ ਬਣਾ ਕੇ, ਠੀਕ ਹੈ। ਹੁਣ ਦੋਨਾਂ ਨਾਲ ਕਰਕੇ ਤੁਹਾਨੂੰ ਦਿਖਾਉਣੇ ਆ। ਪਹਿਲਾ ਜਿਹੜਾ ਸਾਡੇ ਕੋਲੇ ਦੇਖੋ ਦੋਨਾਂ ਦੇ ਵਿੱਚੋਂ ਜਿਹੜੀ ਸਾਡੇ ਕੋਲੇ ਵੱਡੀ ਸੰਖਿਆ ਉਹਨੂੰ ਛੋਟੀ ਸੰਖਿਆ ਤੇ ਤੁਸੀਂ ਕੀ ਕਰਨਾ ਹੈ, ਭਾਗ ਕਰਨਾ ਹੈ। ਇੱਕ ਮੈਥਡ ਜਿਹੜਾ ਫਸਟ ਮੈਥਡ ਤੁਹਾਨੂੰ ਦੱਸ ਰਹੇ ਹਾਂ, ਜਿਹੜੀ ਵੱਡੀ ਸੰਖਿਆ ਉਸ ਨੂੰ ਛੋਟੀ ਸੰਖਿਆ ਤੇ ਭਾਗ ਕਰਨਾ ਹੈ। ਤਾਂ 135 ਏਕਮ 135, ਤਾਂ ਕਿੰਨਾ ਬਚ ਗਿਆ, 5 ਚੋਂ 5 ਘਟਾਇਆ 0, ਔਰ ਇੱਥੇ 12 ਚੋਂ 3 ਘਟਾਏ ਬਚ ਗਏ 9, ਇਹ ਬਚ ਗਿਆ ਸਾਡੇ ਕੋਲ 90। ਹੁਣ 90 ਨੂੰ ਇੱਥੇ ਫਿਰ ਭਾਗ ਦੀ ਨਿਸ਼ਾਨੀ ਤੁਸੀਂ ਬਣਾਉਣੀ ਹੈ, 135 ਨੂੰ ਤੁਸੀਂ ਇਹਦੇ ਅੰਦਰ ਰੱਖ ਦੇਣਾ ਭਾਗ ਦੇ। ਤਾਂ ਹੁਣ ਦੇਖੋ 90 ਏਕਮ 90, ਉੱਤੋਂ ਬਚ ਗਿਆ 45। ਜਦੋਂ ਇਹਨੂੰ ਘਟਾਵਾਂਗੇ 135 ਚੋਂ 90 ਮਾਈਨਸ ਕੀਤੇ ਕਿੰਨਾ ਬਚ ਗਿਆ, 45। ਹੁਣ ਕੀ ਕਰਨਾ ਹੈ, ਜਿਹੜਾ 90 ਆਇਆ ਸੀ ਪਹਿਲਾਂ ਇਹਨੂੰ ਅਸੀਂ ਅੰਦਰ ਰੱਖ ਦੇਣਾ। ਤਾਂ 45 ਦੂਣਾ 90, ਜਿੰਨਾ ਚਿਕਰ 0 ਬਾਕੀ ਨਹੀਂ ਬਚਦਾ ਉਹਨਾਂ ਚਿਕਰ ਅਸੀਂ ਭਾਗ ਕਰਨਾ। ਔਰ ਲਾਸਟ ਤੇ ਜਿਹੜੀ ਸੰਖਿਆ ਤੇ ਭਾਗ ਕੀਤਾ ਜਾਂਦਾ ਹੈ ਉਹੀ ਸਾਡਾ ਕੀ ਹੁੰਦਾ ਹੈ, HCF ਹੁੰਦਾ ਹੈ। ਇੱਥੇ ਲਾਸਟ ਤੇ ਅਸੀਂ ਕਿਸ ਤੇ ਭਾਗ ਕੀਤਾ ਸੀ, ਕਿਹੜੀ ਸੰਖਿਆ ਤੇ, 45 ਤੇ 45 ਤੇ। ਤਾਂ ਇਹੀ ਸਾਡਾ ਕੀ ਹੈਗਾ, ਰਾਈਟ ਆਨਸਰ ਹੈ। ਇੱਕ ਮੈਥਡ ਤਾਂ ਬੇਟਾ ਇਹ ਹੈ ਵੀ ਅਸੀਂ ਡਿਵਾਈਡ ਕਰਦੇ ਜਾਣਾ, ਠੀਕ ਹੈ। ਜਿਹੜੀ ਸੰਖਿਆ ਤੇ ਅਸੀਂ ਪਹਿਲਾਂ ਡਿਵਾਈਡ ਕੀਤਾ ਸੀ ਫਿਰ ਉਹਨੂੰ ਭਾਗ ਦੇ ਅੰਦਰ ਲੈ ਜਾਣਾ, ਬਾਕੀ ਤੋਂ ਅੱਗੇ, ਠੀਕ ਹੈ। ਹੁਣ ਦੂਸਰਾ ਮੈਥਡ ਕੀ ਹੈ ਵੀ ਤੁਸੀਂ ਇਹਦੇ ਫੈਕਟਰ ਕਰੋ। ਪਹਿਲਾਂ 135 ਦੇ ਅਸੀਂ ਗੁਣਨਖੰਡ ਕਰਦੇ ਹਾਂ। ਦੇਖੋ ਪਹਿਲਾਂ 3 ਦੇ ਪਹਾੜੇ ਤੇ ਗਿਆ ਇਹ ਆ ਗਿਆ ਸਾਡੇ ਕੋਲੇ 3 ਚੌਕੇ 12, 3 5 15, ਫਿਰ 3 ਦੇ ਪਹਾੜੇ ਤੇ ਗਿਆ 15 ਤੀਆ 45, ਫਿਰ 3 ਦੇ ਪਹਾੜੇ ਤੇ ਗਿਆ 3 5 15, 5 ਏਕਮ 5। ਤਾਂ ਇਹ ਸਾਡੇ ਕੋਲ 135 ਦੇ ਗੁਣਨਖੰਡ ਬਣ ਗਏ, ਕੀ ਬਣ ਗਏ, 3 ਗੁਣਾ 3, ਇਹ ਭਾਜ ਗੁਣਨਖੰਡ ਅਸੀਂ ਬਣਾ ਲਏ, 3 ਗੁਣਾ 3 ਗੁਣਾ 3 ਗੁਣਾ 5। ਉਸ ਤੋਂ ਬਾਅਦ ਅਸੀਂ ਹੁਣ ਗੁਣਨਖੰਡ ਬਣਾਉਣੇ 225 ਦੇ। ਤਾਂ 225 ਦੇਖੋ ਪਹਿਲਾਂ 3 ਦੇ ਪਹਾੜੇ ਤੇ ਜਾ ਰਿਹਾ, ਦੇਖੋ ਇਹ ਗਿਆ 3 7 21, 1 ਬਚ ਗਿਆ 3 5 15, ਫਿਰ 3 ਦੇ ਪਹਾੜੇ ਤੇ ਗਿਆ 25 30 75, ਔਰ 25 ਦੇ ਗੁਣਨਖੰਡ ਤੁਹਾਨੂੰ ਪਤਾ ਹੀ ਹੈ 5 ਗੁਣਾ 5, 5 5 25, 5 ਏਕਮ 5। ਤਾਂ 225 ਦੇ ਜਿਹੜੇ ਗੁਣਨਖੰਡ ਬਣੇ ਹੁਣ ਬੇਟਾ ਅਸੀਂ ਉਹਨਾਂ ਨੂੰ ਲਿਖ ਲੈਂਦੇ ਹਾਂ। ਉਹ ਕਿਹੜੇ ਕਿਹੜੇ ਬਣੇ, 3 ਗੁਣਾ 3 ਔਰ 5 ਗੁਣਾ 5। ਇਹ ਸਾਡੇ ਕੋਲੇ ਗੁਣਨਖੰਡ ਅਸੀਂ ਬਣਾ ਲਏ। ਜਿਹੜੇ ਸਾਡੇ ਕੋਲ ਸਾਂਝੇ ਗੁਣਨਖੰਡ ਹੁੰਦੇ ਹੈ ਉਹਨਾਂ ਦੀ ਗੁਣਾ ਸਾਡਾ ਕੀ ਹੁੰਦਾ ਹੈ, HCF ਹੁੰਦਾ, ਜਿਹੜਾ ਦੋਨਾਂ ਦੇ ਵਿੱਚ ਹੈ। ਦੇਖੋ 3 2 ਵਾਰ ਦੋਨਾਂ ਦੇ ਵਿੱਚ ਸਾਂਝਾ ਹੈ, ਤਾਂ ਦੋਨਾਂ ਦੀ ਗੁਣਾ ਕਰਾਂਗੇ। 3 ਗੁਣਾ 3 ਕਿੰਨਾ ਆ ਗਿਆ 9, ਔਰ ਇੱਕ ਸਾਡੇ ਕੋਲ ਕਿੰਨਾ ਗੁਣ ਸਾਂਝਾ ਹੈਗਾ 5।
5 भी साडे कोले साझा गुणखंड है। तो कितना आ गया आंसर 3 गुणा 3 9, 9 गुणा 5 45। तो दोनों मैथड नाल बेटा तुसीं HCF है जिहड़ा वो फाइंड आउट कर सकते हो। तो दोनों मैथड आपां डिस्कस कर ली। तो इहदा जिहड़ा राइट आंसर है डी ऑप्शन इहदा की हैगा राइट आंसर। अगला प्रश्न देखो बिल्कुल सेम है। इत्थे भी असी की करना है महत्तम समापवर्तक जिहड़ा वो पता करना है। तो दो मैथड है, एक तो फैक्टर वाला एक भाग वाला। आपां इहदे च भाग वाले नाल ही करते हैं। सब तो पहला की करना जी छोटी संख्या है उस ते असी वड्डी संख्या नूं भाग करांगे 867 नूं किस ते भाग करांगे 255 ते। तो ये पहला देखो 3 ते गया 5 तीए 15 एक असल आ गया 5 तीए 15 ते 1 16 फिर एक असल आ गया 3 दूनी 6 ते 1 7 765। उत्तों घटावांगे 7 चों 5 घटाए 2 6 चों 6 घटाए 0 8 चों 7 घटाए 1। और हुण की करना है भाग की निशानी बनावांगे और जिते पहला भाग किया सी इनू इहदे अंदर रख देंगे 255। तो 102 गुणा 2 204 इस ते चला गया है। उत्तों बच गया साढ़े कोल 51। हुण की करांगे इत्थे फिर भाग की निशानी बनावांगे और जिहड़ा 102 है इनू इहदे अंदर रख देंगे। तो 51 दूना 102। तो तुसीं देखो लास्ट ते जिते भाग किया सी लास्ट ते किस ते भाग किया सी 51 ते। यही साडा की हुंदा हैगा HCF साडे कोल मिल गया। तो यही साडा की है बेटा राइट आंसर। तो अगला प्रश्न देखो अगे संख्यावां 96 ਅਤੇ 404 ਦਾ लघुत्तम समापवर्तक पता करो। इत्थे असी सॉरी लघुत्तम समापवर्त है यानी LCM असी फाइंड आउट करना है किसदा 96 और 404 का। असी पहला 96 ते फैक्टर करते हैं। तो देखो पहला 2 दे पहाड़े ते गया 48 दूना 96 फिर 2 दे पहाड़े ते गया 24 दूना 48 फिर 2 दे पहाड़े ते गया 12 दूना 24 होंगे देखो बेटा फिर 2 छिक्के 12 होंगे और 2 तिया 6। ये असी इहदे फैक्टर कर ले 3 एकम 3 ए भाज गुणखंड असी कर ले। अगे 404 दे इसी तरह कर लेने वो बिल्कुल ही आसान है। 2 दूनी 4 फिर 0 नहीं जाता 2 दूनी 4 ठीक है फिर 2 ते गया 2 एकम 2 0 2 एकम 2 और 101 है जी वो है भाज संख्या किसी के पहाड़े च नहीं होंगी 101 एकम 101। हुण जे असी 96 के गुणखंड करिए तो देखो की बन रहा साढ़े कोल 2 किन्ने बार है देखो 1 2 3 4 5। इनू असी लिख सकते हैं 2 की घात कितनी 5। उस तो बाद गुणा 3 किन्ने बार 1 बार 3 की घात 1 और 404 नूं असी लिख सकते हैं देखो 2 उस दे विच 2 बार है 2 की घात 2 और 101 की घात 1। इत्थे देखो ये 2 बार सी ये सिंगल बार। हुण जदों असी LCM फाइंड आउट करते हैं तो जिन्ने भी गुणखंड है उन्हां दीयां वड्डियां घातां जिहड़ियां वो लैणियां हुंदियां। HCF दे विच असी साझा लैणे हुंदे आ। जे हुण इत्थे दा HCF देखना हुंदा असी तो सानू पता लग गया साझा की सी 2 गुणखंड साझे सी 2 बार 2 देखो 1 बार इत्थे 2 बार इत्थे तो 2 गुणा 2 कितना आना सी 4। जे HCF की गल करते तो 4 साडा आंसर सी। पर हुण असी की करना है LCM तो उहदे विच असी वड्डियां घातां लैणियां हुंदियां। 2 जिहड़ा गुणखंड है उहदी वड्डी घात कितनी है 5 छोटी 2 सी वो नहीं लैणी असी। 3 की घात कितनी है वड्डी तो वड्डी 1 101 की वड्डी तो वड्डी घात कितनी है 1। तो ये साडा आंसर आ गया 2 की पावर 5 कितना होंदा देखो 2 की असी 5 बार गुणा करांगे तो ये साडे कोल आ गया 32 32 गुणा 3 गुणा 101। तो इनू गुणा करांगे 32 दिया 96 96 की 101 ना गुणा करांगे फिर कितना आ गया 9696। तो ये साडा की आ गया राइट आंसर आ गया। और दूसरा मैथड बेटा एक ये भी हुंदा हैगा LCM कड्ढण दा वो की है जिहड़ियां दोनों संख्यावां सी 96 और 404 96 और 404 उन्हां दी गुणा नूं जे असीं HCF ते भाग कर दईए सांझे ते भाग कर दईए 96 गुणा 404 उसनूं HCF कितना आया सी देखो शुरू दे विच 4 आया सी जिन्हों 4 ते वंड दांगे तो ये कट्टा गया 4 एकम 4 0 4 एकम 4 तो भी साडा आंसर कितना आ गया 9696। ये साडा जिहड़ा मैथड सी असी बुक के अकॉर्डिंग असी बेटा इनू सॉल्व करके देखा जिवें असी इन्हां नूं क्वेश्चन करते हैं। डायरैक्ट भी जो तुसीं LCM कढ़ना होवे जिवें असी छोटी क्लास दे विच करदे हुंदे सी
ਉਹ ਮੈਥਡ ਵੀ ਤੁਸੀਂ ਬੇਟਾ ਅਪਲਾਈ ਕਰ ਸਕਦੇ ਹੋ। ਕਿਵੇਂ ਦੇਖੋ 96 ਔਰ 404 ਹੈ, ਉਹਨੂੰ ਡਾਇਰੈਕਟ ਵੀ ਅਸੀਂ ਕਰ ਸਕਦੇ ਹਾਂ। ਦੇਖੋ ਕਿਵੇਂ, ਪਹਿਲਾਂ ਦੇਖੋ ਕਿੰਨੇ ਦੇ ਪਹਾੜੇ ਤੇ ਜਾਂਦਾ, ਉਸ ਤੇ ਭਾਗ ਕਰ ਦਿਓ, ਦੋਨਾਂ ਨੂੰ 2 ਤੇ ਭਾਗ ਹੁੰਦਾ 2 ਤੇ ਭਾਗ ਕਰ ਦਿਓ। ਦੇਖੋ 48 ਦੂਣਾ 96 ਔਰ 202, फिर 2 ਦੇ पहाड़े ਤੇ ਜਾ ਰਿਹਾ 2 ਤੇ ਭਾਗ ਕਰ ਦਿਓ, 24 ਦੂਣਾ 48 फिर 101। ठीक है, ਹੁਣ 101 ਤੇ 24 ਦੋਨੋਂ ਸਾਂਝੇ ਪਹਾੜੇ ਤੇ ਕਿਸੇ ਤੇ ਭਾਗ ਨਹੀਂ ਹੁੰਦੇ, ਤਾਂ ਡਾਇਰੈਕਟ ਤੁਸੀਂ ਜਿਹੜੇ ਬਚ ਗਏ ਉਹਨਾਂ ਦੀ ਗੁਣਾ ਕਰ ਦਿਓ। ਦੇਖੋ 2 ਗੁਣਾ 2 ਗੁਣਾ 24 ਗੁਣਾ 101, ਜਿਹੜੇ ਬਚ ਗਏ, ਕੋਈ ਸਾਂਝਾ ਪਹਾੜਾ ਨਹੀਂ ਹੈਗਾ ਇਹਨਾਂ ਦੇ ਵਿੱਚ। ਹੁਣ ਜਿਹੜੇ ਤੇ ਦੋਨੋਂ ਭਾਗ ਹੋ ਜਾਣ, ਇਹਨਾਂ ਦੀ ਅਸੀਂ ਕੀ ਕਰ ਦਾਂਗੇ, ਇਹਨਾਂ ਦੀ ਗੁਣਾ ਕਰ ਦਾਂਗੇ, ਤਾਂ ਵੀ ਸਾਡਾ ਜਿਹੜਾ ਆਨਸਰ ਹੈ ਦੇਖੋ 9696 ਡਾਇਰੈਕਟ ਵੀ ਅਸੀਂ ਕਰ ਸਕਦੇ ਹਾਂ। ਇਹ ਸਾਡੇ ਕੋਲੇ ਛੋਟੀ ਕਲਾਸ ਦੇ ਵਿੱਚ ਜਿਵੇਂ ਅਸੀਂ ਐਲਸੀਐਮ ਕੱਢਦੇ ਸੀ, ਉਸ ਤਰੀਕੇ ਨਾਲ ਵੀ ਬੇਟਾ ਤੁਸੀਂ ਇਸ ਨੂੰ ਕਰ ਸਕਦੇ ਹੋ। ਜਿਹੜਾ ਵੀ ਤੁਹਾਨੂੰ ਮੈਥਡ ਸੌਖਾ ਲੱਗਦਾ ਹੈ ਉਸ ਨੂੰ ਬੇਟਾ ਅਡੋਪਟ ਕਰੋ, ਔਰ ਜਿਹੜਾ ਆਨਸਰ ਹੈ ਉਹ ਬਿਲਕੁਲ ਸਹੀ ਤੁਸੀਂ ਕਰਨਾ ਹੈਗਾ। ਠੀਕ ਹੈ, ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਸਾਡਾ ਜਿਹੜਾ ਕੁਐਸਚਨ ਹੈਗਾ ਬਹੁਤ ਹੀ ਆਸਾਨ ਕੁਐਸਚਨ ਹੈ। ਦੋ ਸੰਖਿਆਵਾਂ ਸਾਡੇ ਕੋਲੇ 306 ਔਰ 657, ਉਹਨਾਂ ਦਾ ਜਿਹੜਾ HCF ਹੈ ਹਾਈਐਸਟ ਕਾਮਨ ਫੈਕਟਰ ਹੈ, ਉਹ ਸਾਨੂੰ ਦਿੱਤਾ ਹੋਇਆ। ਦੇਖੋ 306 ਔਰ 657 ਦੋ ਸੰਖਿਆਵਾਂ। ਫਸਟ ਜਿਹੜਾ ਨੰਬਰ ਹੈ ਸਾਡੇ ਕੋਲੇ 306 ਹੈ, ਪਹਿਲੀ ਜਿਹੜੀ ਸੰਖਿਆ, ਔਰ ਦੂਸਰੀ ਜਿਹੜੀ ਸੰਖਿਆ ਸਾਡੇ ਕੋਲੇ ਉਹ ਕਿੰਨੀ ਹੈ 657, ਔਰ ਉਹਨਾਂ ਦਾ ਜਿਹੜਾ HCF ਹੈ ਦੋਨਾਂ ਦਾ HCF ਕਿੰਨਾ ਹੈ 9, ਔਰ LCM ਸਾਨੂੰ ਪੁੱਛਿਆ ਹੋਇਆ, फाइंड आउट करना है। एलसीएम किस दा फाइंड आउट कर रहे हैं 306 और 657 का। तो एक गल नूं बेटा तुसीं याद रखना है, HCF और LCM दोनों की जिहड़ी प्रोडक्ट हुंदी है, गुणा हुंदी है, वो किस दे बराबर हुंदी है, पहली संख्या गुणा दूसरी संख्या, यानी दो संख्यावां दा गुणनफल किस दे बराबर होगा, दोनों HCF और LCM दी गुणा दे बराबर होगा। और जे कला असी LCM फाइंड आउट करना हो तो इतों एक बड़ा प्यारा रिजल्ट निकल के आया। देखो पहली संख्या गुणा दूसरी संख्या, दोनों किस ते भाग कर दो HCF ते, HCF इधर बटे आ जाऊगा। और कई बार सानू की हुंदा इस तरह के क्वेश्चन दे विच ही LCM दिता हुंदा है, सानू HCF पूछा जाता है उल्टा। तो उत्थे तुसी की करना है बेटा, जे HCF करना होवे तो वही रिजल्ट फिर पहली संख्या गुणा दूसरी संख्या और बटा की कर देना LCM कर देना। जे LCM दिता हुआ तो LCM बटा कर देना। इस तरह कई बार की हुंदा है HCF और LCM दोनों दिते हुंदे है, HCF और LCM दोनों दिते हुंदे है। पहली संख्या और दूसरी संख्या दे विचों एक संख्या दिती होगी और दूसरी सानू पुछी हुंदी है। तो मान लो दूसरी संख्या सानू दिती हुई है, पहली पुछी हुई, तो दूसरी ते भाग कर देंगे। इस तरह का यह रिजल्ट एक बनता है साडे कोल। ठीक है, हुण आपां इह क्वेश्चन नूं सॉल्व कर दिंदे हां। पहली संख्या साडे कोले देखो कितनी सी 306, दूसरी संख्या सी साडे कोले 657। इन्हां दोनों संख्यावां दा असीं LCM कढना, इस करके सानूं भाग करना पऊगा HCF ते। तां HCF सानूं कितना दित्ता होया 9, और इहनूं असीं कट दिंदे हां। देखो इह कट्टिया गया 9 × 27, बच गए साडे कोले 3 9 चौका 36, ये 34 ते कट्टिया गया। तो जो 34 और 657 की हुण असीं जो गुणा करांगे तो साडा आंसर आऊगा 22,338। तो सैकेंड ऑप्शन बेटा साडा की होगा राइट आंसर। ये क्वेश्चन इस तरीके नाल बनाया गया छोटा जिहा, ताकि तुसीं रिजल्ट जिहड़ा इसनूं बेटा याद रख सको, जिस दे नाल असीं काफ़ी क्वेश्चन अगे होर सॉल्व करांगे नैक्सट वीडियो दे विच। तो चलते हैं अगले क्वेश्चन ते। हुण साडे कोल है A ਅਤੇ B कहते दो अभाज्य संख्यावां, दो प्राइम नंबर ने, तो उन्हां दा जिहड़ा HCF है वो की होगा। जो देखो दो प्राइम नंबर की गल हो रही है, तो प्राइम नंबर का जिहड़ा HCF है वो की हुंदा है 1 हुंदा है, क्योंकि जिहड़े प्राइम नंबर हुंदे आ जिवें 2 3 5 7 इस तरह के हुंदे है, ये अपने आप तो बिना होर किसी दे जिहड़ी टेबल दे विच पहाड़े दे विच नहीं आउंदे। तो ये तो जो दो किसी भी अभाज्य संख्यावां दे सांझे गुणखंड की गल होगी,
HCF ਦੀ ਗੱਲ ਹੋਊਗੀ ਤਾਂ ਦੋਨਾਂ ਦੇ ਵਿੱਚ ਕੋਮਨ ਜਿਹੜਾ ਫੈਕਟਰ ਹੋਊਗਾ ਕੀ ਹੋਊਗਾ 1 ਹੋਊਗਾ, ਕਿਉਂਕਿ ਜਿਹੜਾ 2 ਹੈ ਉਹ ਵੀ 1 ਤੇ ਡਿਵਾਈਡ ਹੁੰਦਾ ਹੈ ਔਰ 3 ਹੈ ਜਿਹੜਾ ਉਹ ਵੀ ਕਿਸ ਤੇ ਡਿਵਾਈਡ ਹੁੰਦਾ ਹੈ 1 ਤੇ ਡਿਵਾਈਡ ਹੁੰਦਾ। ਤਾਂ ਉਹਨਾਂ ਦੇ ਵਿੱਚ ਜਿਹੜਾ ਸਾਂਝਾ ਗੁਣਨਖੰਡ ਹੁੰਦਾ ਹੈ ਇੱਕ ਹੀ ਹੁੰਦਾ ਹੈ, ਇਸ ਕਰਕੇ ਉਹਨਾਂ ਦਾ ਜਿਹੜਾ HCF ਹੈ ਉਹ ਵੀ ਕੀ ਹੁੰਦਾ ਹੈ ਇੱਕ ਹੀ ਹੁੰਦਾ ਹੈ। ਕਿਉਂ? ਕਿਉਂਕਿ 2 ਨੂੰ ਕੀ ਲਿਖ ਸਕਦੇ ਹਾਂ 2 ਗੁਣਾ 1 ਔਰ 3 ਨੂੰ ਕੀ ਲਿਖ ਸਕਦੇ ਹਾਂ 3 ਗੁਣਾ 1। ਤਾਂ ਇਹਨਾਂ ਦੇ ਵਿੱਚ ਸਾਂਝਾ ਗੁਣਨਖੰਡ ਸਿਰਫ ਇੱਕ ਹੀ ਹੁੰਦਾ ਹੈ, ਇਸ ਕਰਕੇ ਇਹਦਾ ਆਨਸਰ ਕੀ ਆਊਗਾ 1 ਆਊਗਾ। ਤੇ ਇਹਨੂੰ ਬੇਟਾ ਯਾਦ ਰੱਖਣਾ ਹੈ। ਅਗਲਾ ਪ੍ਰਸ਼ਨ ਅੱਗੇ, ਜੇਕਰ ਦੋ ਅਭਾਜ ਸੰਖਿਆਵਾਂ A ਤੇ B ਸਾਨੂੰ ਦਿੱਤੇ ਹੋਏ ਹੈ, ਦੋ ਪ੍ਰਾਈਮ ਨੰਬਰ ਹੈ, ਤਾਂ ਐਲਸੀਐਮ ਪੁੱਛਿਆ ਹੋਇਆ। ਜਿਸ ਤਰ੍ਹਾਂ ਤੁਹਾਨੂੰ ਬੇਟਾ ਮੈਂ ਦੱਸਿਆ ਸੀਗਾ ਵੀ ਐਲਸੀਐਮ ਕੀ ਹੁੰਦਾ ਹੈ, ਉਹ ਹੁੰਦਾ ਪਹਿਲੀ ਸੰਖਿਆ ਗੁਣਾ ਦੂਸਰੀ ਸੰਖਿਆ ਔਰ ਬਟਾ ਹੁੰਦਾ HCF। ਇਹ ਰਿਜ਼ਲਟ ਆਪਾਂ ਹੁਣੀ ਪੜ੍ਹਿਆ ਸੀ ਲਾਸਟ ਕੁਐਸਚਨ ਦੇ ਵਿੱਚ। ਤਾਂ ਇਦੋਂ ਪਹਿਲਾਂ ਆਪਾਂ ਕੁਐਸਚਨ ਦੇ ਵਿੱਚ ਡਿਸਕਸ ਕੀਤਾ ਸੀ ਵੀ ਜਦੋਂ ਵੀ ਸਾਡੇ ਕੋਲੇ ਦੋ ਸੰਖਿਆਵਾਂ ਅਭਾਜ ਹੁੰਦੀਆਂ, ਜਿਵੇਂ A ਤੇ B ਕਿਹੜੇ ਨੰਬਰ ਹੈ ਅਭਾਜ ਸੰਖਿਆਵਾਂ ਹੈ, ਪ੍ਰਾਈਮ ਨੰਬਰ ਹੈ, ਤਾਂ ਉਹਨਾਂ ਦੀ ਜਿਹੜੀ ਪ੍ਰੋਡਕਟ ਤਾਂ A into B ਆ ਗਈ ਸਾਡੇ ਕੋਲ। ਉਹਨਾਂ ਦਾ HCF ਆਪਾਂ ਲਾਸਟ ਕੁਐਸਚਨ ਦੇ ਵਿੱਚ ਪੜ੍ਹਿਆ ਸੀ ਕਿੰਨਾ ਹੁੰਦਾ, ਉਹ 1 ਹੁੰਦਾ। ਤੇ ਜਿਸ ਨੂੰ 1 ਤੇ ਡਿਵਾਈਡ ਕਰੀਏ ਤਾਂ ਸਾਡੇ ਕੋਲ ਰਿਜ਼ਲਟ ਕੀ ਆਇਆ A ਗੁਣਾ B। ਤਾਂ ਇਹ ਗੱਲ ਤੁਸੀਂ ਯਾਦ ਰੱਖਣੀ ਹੈ, ਜਦੋਂ ਅਭਾਜ ਸੰਖਿਆਵਾਂ ਦੇ ਐਲਸੀਐਮ ਦੀ ਗੱਲ ਹੋਊਗੀ ਉਹ ਕਿਸ ਦੇ ਬਰਾਬਰ ਹੁੰਦਾ, ਉਹਨਾਂ ਦੇ ਗੁਣਨਫਲ ਦੇ ਹੀ ਬਰਾਬਰ ਹੁੰਦਾ, A ਗੁਣਾ B ਦੇ ਬਰਾਬਰ ਹੁੰਦਾ। ਔਰ ਜੇ HCF ਪੁੱਛਿਆ ਹੋਵੇ ਤਾਂ ਉਹ 1 ਦੇ ਇਕੁਅਲ ਹੁੰਦਾ। ਅਗਲਾ ਪ੍ਰਸ਼ਨ, ਨੈਕਸਟ ਕੁਐਸਚਨ ਦੇਖੋ ਕੀ ਹੈ, ਅਭਾਜ ਗੁਣਨਖੰਡ ਦੇ ਗੁਣਨਫਲ ਦੇ ਰੂਪ ਵਿੱਚ 140 ਨੂੰ ਕੀ ਲਿਖਿਆ ਜਾ ਸਕਦਾ ਹੈ। ਤਾਂ 140 ਦੇ ਅਸੀਂ ਗੁਣਨਖੰਡ ਕਰਨੇ ਹੈ। ਤਾਂ 140 ਦੇ ਜਦੋਂ ਅਸੀਂ ਗੁਣਨਖੰਡ ਕੀਤੇ, ਦੇਖੋ ਅਭਾਜ ਗੁਣਨਖੰਡ ਦੀ ਗੱਲ ਹੋਈ ਹੈ, ਕਿਹੜੇ ਗੁਣਨਖੰਡ ਅਭਾਜ ਗੁਣਨਖੰਡ, ਪ੍ਰਾਈਮ ਫੈਕਟਰਾਈਜੇਸ਼ਨ ਅਸੀਂ ਕਰਨੀ ਹੈ। ਤੇ 140 ਦੇ ਗੁਣਨਖੰਡ ਕਰਦੇ ਹਾਂ 2 7 14, ਫਿਰ 2 ਤੇ 35 ਦੂਣਾ 70, ਫਿਰ 5 ਤੇ 5 7 35 ਔਰ 7 ਏਕਮ 7। ਇਹਦੇ ਜਿਹੜੇ ਪ੍ਰਾਈਮ ਫੈਕਟਰ ਹੈ ਉਹ ਕਿਹੜੇ ਕਿਹੜੇ ਬਣ ਗਏ, 2 ਗੁਣਾ 2 5 ਗੁਣਾ 7। ਤਾਂ ਇਹ ਇਹਦੇ ਕੀ ਬਣ ਗਏ ਪ੍ਰਾਈਮ ਫੈਕਟਰਾਈਜੇਸ਼ਨ। ਇਹਦਾ ਅਸੀਂ ਕਰਤਾ ਅਭਾਜ ਗੁਣਨਖੰਡ ਹੋ ਗਏ ਇਹਦੇ। ਤਾਂ ਇਹਦਾ ਜਿਹੜਾ ਆਨਸਰ ਹੈ ਥਰਡ ਆਪਸ਼ਨ ਇਹਦਾ ਕੀ ਹੈਗਾ ਰਾਈਟ ਆਨਸਰ ਹੈ। ਦੇਖੋ ਫਸਟ ਆਪਸ਼ਨ ਰਾਈਟ ਆਨਸਰ ਨਹੀਂ ਹੈਗਾ, ਕਿਉਂਕਿ ਜਿਹੜਾ 35 ਹੈ ਬੇਟਾ ਉਹ ਅਭਾਜ ਸੰਖਿਆ ਨਹੀਂ ਹੈਗੀ। ਸੈਕਿੰਡ ਜਿਹੜਾ ਆਪਸ਼ਨ ਹੈ ਉਸ ਦੇ ਵਿੱਚ 4 ਆਇਆ ਹੋਇਆ, 4 ਵੀ ਜਿਹੜੀ ਅਭਾਜ ਸੰਖਿਆ ਨਹੀਂ ਹੈਗੀ। ਤਾਂ ਇਸ ਕਰਕੇ ਜਿਹੜਾ ਥਰਡ ਆਪਸ਼ਨ ਹੈ ਉਹੀ ਇਹਦਾ ਕੀ ਹੈਗਾ ਰਾਈਟ ਆਨਸਰ ਹੈ। ਤਾਂ ਉਮੀਦ ਕਰਦੇ ਹਾਂ ਬੇਟਾ ਅੱਜ ਜਿਹੜੇ ਅਸੀਂ ਕੁਐਸਚਨ ਕੀਤੇ ਉਹ ਤੁਹਾਨੂੰ ਸਮਝ ਆਏ ਹੋਣਗੇ। ਔਰ ਜੋ ਬੱਚੇ ਪਹਿਲੀ ਵਾਰ ਚੈਨਲ ਨੂੰ ਵਿਜ਼ਿਟ ਕਰ ਰਹੇ ਨੇ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਔਰ ਜਿਹੜਾ ਬੈਲ ਦਾ ਨੋਟੀਫਿਕੇਸ਼ਨ ਉਸ ਨੂੰ ਔਨ ਕਰ ਦਿਓ, ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਤਾਂ ਉਹਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ। ਔਰ ਆਪਣੇ ਸਾਥੀਆਂ ਨੂੰ, ਆਪਣੇ ਦੋਸਤਾਂ ਨੂੰ, ਮਿੱਤਰਾਂ ਨੂੰ ਜਿਹੜੀ ਵੀਡੀਓ ਹੈ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਸਾਰੇ ਹੀ ਸਟੂਡੈਂਟਸ ਵਧੀਆ ਤਿਆਰੀ ਕਰਕੇ ਵਧੀਆ ਨੰਬਰਾਂ ਨਾਲ ਪਾਸ ਹੋ ਸਕਣ। ਤਾਂ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ ਅੱਗੇ ਹੋਰ ਪ੍ਰਸ਼ਨ ਇਸੇ ਚੈਪਟਰ ਦੇ ਲੈ ਕੇ। ਤਾਂ ਬਣੇ ਰਹੋ ਸਾਡੇ ਨਾਲ, ਤੁਹਾਡੇ ਆਪਣੇ YouTube ਚੈਨਲ ਸਹਿਜ ਸਟੱਡੀ ਦੇ ਉੱਪਰ। ਧੰਨਵਾਦ।